ਮੇਰਾ ਸਤਿਗੁਰ ਨਾਨਕ ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰੂ ਪਿਆਰ ਵਾਲਿਓ, ਜਿਹੜੇ ਵੀਰ ਭੈਣ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਨੋਟੀਫਿਕੇਸ਼ਨ ਦੇ ਲਈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਵੀ ਆਪਣੀ ਸੇਵਾ ਸਮਝ ਕੇ ਕਰਿਆ ਕਰੋ। ਗੁਰੂ ਪਿਆਰ ਵਾਲਿਓ, ਅੱਜ ਆਪਾਂ ਖਾਸ ਬੇਨਤੀ ਨੂੰ ਸਮਝਣਾ ਹੈ। ਜਿਹੜੇ ਸ਼ਰਾਧਾਂ ਦੀ ਰੋਟੀ ਕਰਵਾਉਂਦੇ ਨੇ, ਭੋਜਨ ਪਰੋਸਦੇ ਨੇ, ਸ਼ਰਾਧ ਕਰਾਉਂਦੇ ਨੇ, ਅਸਲ ਦੇ ਵਿੱਚ ਆਹ ਬੇਨਤੀ ਨੂੰ ਜ਼ਰੂਰ ਸੁਣਿਓ। ਪਾਤਸ਼ਾਹ ਜੀ ਕਿਰਪਾ ਕਰਨ। ਆਓ ਫਤਿਹ ਬੁਲਾ ਕੇ ਆਰੰਭਤਾ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਸ਼ਰਾਧਾਂ ਦੇ ਦਿਨਾਂ ਦੇ ਵਿੱਚ ਹਰ ਕੋਈ ਕਰਦਾ ਹੈ। ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਜਾਂ ਗੁਰੂ ਨਾਨਕ ਦੇ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ, ਉਹ ਜ਼ਰੂਰ ਸੁਣ ਲਿਓ। ਅਸਲ ਦੇ ਵਿੱਚ ਭਰਮ ਭੁਲੇਖੇ ਬੜੇ ਨੇ। ਜ਼ਿੰਦਗੀ ਦੇ ਵਿੱਚ ਬੰਦਾ ਕੁਝ ਨਾ ਕੁਝ ਗੁਰੂ ਤੋਂ ਉਲਾਂਭੇ ਹੋ ਕੇ ਕੁਝ ਕਰਮ ਕਾਂਡਾਂ ਵਿੱਚ ਫਸਿਆ ਹੋਇਆ। ਹੁਣ ਕਈ ਮੇਰੇ ਵੀਰ ਭੈਣ ਇੱਥੇ ਕਹਿਣਗੇ, ਲਓ ਜੀ ਇਹਨਾਂ ਨਿੰਦਿਆ ਕਰ ਦਿੱਤੀ। ਨਿੰਦਿਆ ਨਹੀਂ, ਮੈਂ ਗੁਰਬਾਣੀ ਦੇ ਸਿਧਾਂਤ ਵਿੱਚ ਰਹਿ ਕੇ ਬੇਨਤੀ ਕਰਨੀ ਹੈ। ਸਾਧ ਸੰਗਤ, ਮਰਿਆਂ ਤੋਂ ਬਾਅਦ ਸ਼ਰਾਧ ਕਰਾਉਂਦੇ ਆ। ਜੀਵਤ ਪਿਤਰ ਨਾ ਮਾਨੈ ਕੋ, ਮੂਹੇ ਸ਼ਰਾਧ ਕਰਾਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਜਿਉਂਦਿਆਂ ਨੂੰ ਕੋਈ ਪੂਜਦਾ ਨਹੀਂ, ਮਰਨ ਤੋਂ ਬਾਅਦ ਸ਼ਰਾਧ ਕਰਾਉਂਦੇ ਪਏ ਆ। ਤੇ ਅਖੀਰ ਸਾਨੂੰ ਪਤਾ ਵੀ ਨਹੀਂ ਹੈ ਕਿ ਉਹ ਸ਼ਰਾਧਾਂ ਦਾ ਖਾਣਾ ਉਹਨਾਂ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ। ਪਤਾ ਕਿਸੇ ਨੂੰ? ਗੁਰੂ ਨਾਨਕ ਸਾਹਿਬ ਨੇ ਤੇ ਭਾਈ ਇਹਨੂੰ ਖੰਡਨ ਕੀਤਾ। ਜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਪਏ ਆ ਤੇ ਆਪਾਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਿਰਫ ਤੇ ਸਿਰਫ ਪਖੰਡ ਹੈ। ਜਿਉਂਦਿਆਂ ਦੀ ਸੇਵਾ ਕਰੋ। ਥੋੜ੍ਹੀ ਜਿਹੀ ਬੇਨਤੀ ਮੈਂ ਕਰਦਿਆਂ ਫਿਰ ਆਪਾਂ ਅਗਲੀ ਬੇਨਤੀ ਆਰੰਭ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਕੋਲ ਇੱਕ ਸੇਠ ਆਉਂਦਾ ਜਿਹਦਾ ਨਾਮ ਹੈ ਦੁਨੀ ਚੰਦ। ਗੁਰੂ ਪਾਤਸ਼ਾਹ ਨੂੰ ਕਹਿੰਦਾ, ਪਾਤਸ਼ਾਹ ਜੀ ਮੇਰੇ ਘਰ ਚੱਲੋ, ਮੇਰੀ ਹਵੇਲੀ ਵਿੱਚ ਚੱਲੋ, ਮੈਂ ਆਪ ਜੀ ਨੂੰ ਪ੍ਰਸ਼ਾਦਾ ਛਕਾਉਣਾ ਹੈ ਤੇ ਮੇਰੇ ਪਿਓ ਦਾ ਮੈਂ ਸ਼ਰਾਧ ਕਰਵਾਇਆ ਤੇ ਮੈਂ ਆਪ ਜੀ ਨੂੰ ਰੋਟੀ ਖਵਾਉਣੀ ਚਾਹੁੰਦਾ ਹਾਂ। ਪਾਤਸ਼ਾਹ ਉਹਦੇ ਨਾਲ ਚਲੇ ਗਏ। ਜਦੋਂ ਜਾ ਕੇ ਵੇਖਿਆ 101 ਪਿੱਤਰ ਕਹਿ ਲਈਏ ਵੀ ਉਹ ਜਿਹੜੇ ਸ਼ਰਾਧਾਂ ਦੀ ਰੋਟੀ ਖਾਣ ਵਾਲੇ ਮਨੁੱਖ ਸਨ, ਉਹ ਘਰੇ ਬੈਠੇ ਨੇ। ਪਾਤਸ਼ਾਹ ਨੇ ਉਹਨਾਂ ਨੇ ਕਹਿ ਦਿੱਤਾ ਕਿ ਪਾਤਸ਼ਾਹ ਜੀ ਤੁਸੀਂ ਵੀ ਇੱਥੇ ਬੈਠ ਜਾਓ ਇਹਨਾਂ ਨਾਲ। ਮਰਦਾਨਾ ਕਹਿੰਦਾ ਕਿ ਇਹ ਦੀਨ ਦੁਨੀਆ ਦੇ ਮਾਲਕ ਨੇ, ਇਹਨਾਂ ਲਈ ਆਸਣ ਲਾ ਦਿਓ। ਉਹ ਪਿੱਤਰ ਕਹਿਣ ਲੱਗੇ ਵੀ ਨਹੀਂ, ਇਹ ਤਾਂ ਸਾਡੇ ਬਰਾਬਰ ਬੈਠਣੇ ਚਾਹੀਦੇ ਨੇ, ਸਾਡੇ ਤੋਂ ਉੱਚੇ ਕਿਉਂ? ਚਲੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਜਿੱਥੇ ਬਿਠਾਉਂਗੇ ਬੈਠ ਜਾਂਦੇ ਆ, ਜਿੱਥੇ ਸੰਗਤ ਦੀ ਮਰਜ਼ੀ ਹੋਵੇ। ਪਾਤਸ਼ਾਹ ਬੈਠ ਗਏ। ਹੁਣ ਰਮਜ ਪਿੱਛੇ ਰਹੱਸ ਹੈ। ਪਾਤਸ਼ਾਹ ਕਹਿੰਦੇ ਨੇ ਕਿ ਲਿਆਓ ਭਾਈ ਪ੍ਰਸ਼ਾਦਾ। ਜਦੋਂ ਪ੍ਰਸ਼ਾਦਾ ਛਕਾਉਣ ਦੇ ਲਈ ਅੱਗੇ ਪਰੋਸਿਆ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਹ ਜਿਹੜਾ ਪ੍ਰਸ਼ਾਦਾ ਹੈ ਤੂੰ ਦੱਸ ਸਕਦਾ ਵੀ ਇਹ ਤੇਰੇ ਪਿੱਤਰਾਂ ਤੱਕ ਪਹੁੰਚ ਗਿਆ ਹੈ? ਉਹਨਾਂ ਨੇ ਸੱਚਮੁੱਚ ਛਕ ਲਿਆ। ਉਹ ਕਹਿੰਦੇ ਜਿਹੜੇ ਇਹ ਛਕ ਰਹੇ ਨੇ ਗੁਰੂ ਨਾਨਕ ਸਾਹਿਬ, ਇਹਨਾਂ ਨੂੰ ਪਤਾ ਹੋਣਾ। ਉਹ ਕਹਿੰਦੇ ਭਾਈ ਦੱਸੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਛਕ ਲਿਆ ਉਹਨਾਂ ਨੇ। ਉਹਨਾਂ ਨੇ ਉਂਝ ਹੀ ਝੂਠ ਮੂਠ ਦੀ ਸਮਾਧੀ ਲਾ ਕੇ ਤੇ ਕੁਝ ਸਕਿੰਟਾਂ ਬਾਅਦ ਕਹਿ ਦਿੱਤਾ ਹੱਸ ਕੇ, ਕਹਿੰਦੇ ਹਾਂ ਜੀ ਹਾਂ ਛਕ ਲਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਝੂਠ ਬੋਲਦੇ ਨੇ। ਦੁਨੀ ਚੰਦ ਸੇਠ, ਤੇਰੇ ਪਿੱਤਰਾਂ ਨੇ ਪ੍ਰਸ਼ਾਦਾ ਨਹੀਂ ਉਹ ਜੇ ਛਕਿਆ, ਇਹ ਝੂਠ ਬੋਲਦੇ ਨੇ ਸਾਰੇ। ਤੇ ਗੁਰੂ ਨਾਨਕ ਪਾਤਸ਼ਾਹ ਫਿਰ ਕਹਿੰਦੇ ਹੁਣ ਕੀ ਕਰੀਏ? ਕਹਿੰਦੇ ਤੇਰਾ ਪਿਓ ਜਿਹੜਾ ਹੈ ਮਰਿਆ ਹੋਇਆ ਹੈ ਨਾ ਭਾਈ, ਜਿਹਦੇ ਨਾਂ ਤੇ ਤੂੰ ਪ੍ਰਸ਼ਾਦਾ ਛਕਾ ਰਿਹਾ, ਕਹਿੰਦੇ ਉਹ ਤੇ ਭੁੱਖਣ ਭਾਣੇ ਬੈਠਾ ਹੈ ਬਗਿਆੜ ਦੀ ਜੂਨੀ ਵਿੱਚ। ਉਹਨੂੰ ਕਹਿੰਦੇ ਪ੍ਰਸ਼ਾਦਾ ਨਹੀਂ ਜੇ ਮਿਲਿਆ, ਉਹਨੂੰ ਕੋਈ ਸ਼ਿਕਾਰ ਨਹੀਂ ਮਿਲਿਆ, ਉਹਦੇ ਤੱਕ ਕੋਈ ਪ੍ਰਸ਼ਾਦਾ ਨਹੀਂ ਪਹੁੰਚਿਆ। ਕਹਿੰਦੇ ਜਾ ਕੇ ਉਹਨੂੰ ਮਿਲ, ਜਾ ਵੇਖ। ਉਹ 7 ਬਚਨ ਕਹਿ ਕੇ ਦੁਨੀ ਚੰਦ ਸੇਠ ਤੋਂ ਚਲਿਆ ਗਿਆ। ਪ੍ਰਸ਼ਾਦਾ ਲੈ ਗਿਆ। ਖੀਰ ਪ੍ਰਸ਼ਾਦ ਜੋ ਬਣਿਆ ਸੀ ਪਰੋਸਿਆ ਹੋਇਆ ਥਾਲ ਵਿੱਚ ਲੈ ਗਿਆ। ਗੁਰੂ ਨਾਨਕ ਤੇ ਭਰੋਸਾ ਕਰਕੇ ਕਹਿੰਦੇ ਉਹਨੂੰ ਦੇਖ ਕੇ ਡਰੀ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤੇਰੇ ਨਾਲ ਗੱਲਾਂ ਵੀ ਕਰੇਗਾ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਚਲਿਆ ਗਿਆ ਤੇ ਜਦੋਂ ਇੱਕ ਝਾੜ ਦੇ ਓਹਲੇ ਵੇਖਿਆ ਤੇ ਖੂੰਖਾਰ ਬਘਿਆੜ ਬੈਠਾ ਹੈ। ਜਾ ਕੇ ਉਹਨੇ ਦੇਖਿਆ, ਕਹਿੰਦਾ ਪਿਤਾ ਜੀ ਮਿਲ ਗਏ। ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ ਉਹ ਜਿਹੜਾ ਪ੍ਰਸ਼ਾਦ ਸੀ ਬਘਿਆੜ ਦੇ ਅੱਗੇ ਰੱਖਿਆ। ਬਘਿਆੜ ਉਹਨੂੰ ਦੇਖਦਾ ਪਿਆ। ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਤੇ ਭਰੋਸਾ ਕੀਤਾ। ਗੁਰੂ ਨਾਨਕ ਪਾਤਸ਼ਾਹ ਹੀ ਨਜ਼ਰ ਆ ਰਹੇ ਨੇ ਚਾਰੇ ਪਾਸੇ।
ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਦਿਸਦਾ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨ ਕੇ ਕਹਿੰਦਾ, ਪਿਤਾ ਜੀ ਤੁਸੀਂ ਇਸ ਜੂਨੀ ਵਿੱਚ ਕਿਵੇਂ? ਤੇ ਉਹ ਬਘਿਆੜ ਬੋਲਿਆ, ਕਹਿੰਦਾ ਪੁੱਤਰਾ, ਮੈਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹਾਂ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਉੱਪਰ ਭਰੋਸਾ ਕਰਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੈਨੂੰ ਮੇਰੇ ਕੋਲ ਭੇਜਿਆ। ਮੈਂ ਬੜਾ ਭੁੱਖਾ ਸੀ, ਮੈਨੂੰ ਕੁਝ ਨਹੀਂ ਜੇ ਮਿਲਿਆ, ਕੋਈ ਸ਼ਿਕਾਰ ਨਹੀਂ ਜੇ ਮਿਲਿਆ। ਇਹ ਜਿਹੜੇ ਹੁਣ ਪਿੱਤਰ ਨਾਲ ਤਮਾਸ਼ਾ ਦੇਖਣ ਆਏ ਸੀ, ਜਿਨ੍ਹਾਂ ਨੂੰ ਐ ਸੀ ਵੀ ਗੁਰੂ ਨਾਨਕ ਤੇ ਝੂਠ ਬੋਲਦਾ ਪਿਆ, ਉਹ ਦੇਖ ਕੇ ਸਾਰੇ ਹੈਰਾਨ ਹੋ ਗਏ। ਕਹਿੰਦੇ ਉਹ ਦੁਨੀ ਚੰਦ ਸੇਠ ਬੋਲਿਆ, ਕਹਿੰਦਾ ਪਿਤਾ ਜੀ ਤੁਹਾਡੀ ਇਹ ਦਸ਼ਾ ਕਿੱਦਾਂ ਹੋ ਗਈ? ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਕਿਹਾ ਤੇ ਮੈਨੂੰ ਦੱਸਿਆ, ਮੈਂ ਤਾਂ ਤੁਹਾਡੇ ਤੱਕ ਇੱਥੇ ਪਹੁੰਚਿਆ। ਉਹ ਕਹਿੰਦਾ ਵੀ ਮੈਂ ਤੇ ਰੱਬ ਦੇ ਨਾਮ ਤੇ ਲੋਕਾਂ ਨੂੰ ਠੱਗਦਾ ਰਿਹਾ ਹਾਂ, ਹਰੇ ਕ੍ਰਿਸ਼ਨਾ ਹਰੇ ਰਾਮ ਮੈਂ ਕਰਦਾ। ਕਹਿੰਦਾ ਜਦੋਂ ਵੀ ਕੋਈ ਦੁਕਾਨ ਤੇ ਸਮਾਨ ਲੈਣ ਆਉਂਦਾ ਸੀ ਨਾ, ਕਰਿਆਨੇ ਦੀ ਦੁਕਾਨ ਸੀ, ਕਹਿੰਦਾ ਉੱਥੇ ਮੈਂ ਜਦੋਂ ਲੋਕਾਂ ਨੂੰ ਵੇਖਦਾ ਮੈਂ ਵਿਖਾਵੇ ਲਈ ਕਹਿੰਦਾ ਸੀ ਹਰੇ ਕ੍ਰਿਸ਼ਨਾ ਹਰੇ ਰਾਮ। ਲੋਕਾਂ ਨੂੰ ਇੰਝ ਲੱਗਦਾ ਸੀ ਵੀਰ ਪਰਮਾਤਮਾ ਦਾ ਨਾਮ ਲੈਂਦਾ, ਪੂਰਾ ਹੀ ਤੋਲੇਗਾ। ਕਹਿੰਦਾ ਮੈਂ ਉੱਥੇ ਸੌਦੇ ਵਿੱਚ ਗੜਬੜੀ ਕਰ ਦਿੰਦਾ ਸੀ, ਘੱਟ ਤੋਲਦਾ ਸੀ। ਇਹ ਮੈਨੂੰ ਉਹਦੀ ਸਜ਼ਾ ਮਿਲੀ ਹੈ। ਕਹਿੰਦਾ ਇਸ ਜੂਨੀ ਵਿੱਚ ਕਿਵੇਂ? ਕਹਿੰਦਾ ਜਿਸ ਵੇਲੇ ਮੈਂ ਰਾਤ ਦਾ ਵੇਲਾ ਸੀ, ਮੇਰੀ ਮੌਤ ਹੋਣੀ ਸੀ, ਉਸ ਤੋਂ ਪਹਿਲਾਂ ਮੈਂ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਪੀਤੀ ਹੋਈ ਤੇ ਗਵਾਂਢੀਆਂ ਦੇ ਘਰ ਮਾਸ ਬਣ ਰਿਹਾ ਸੀ। ਕਹਿੰਦਾ ਮੈਂ ਵੀ ਉੱਥੇ ਜਾ ਕੇ ਉਹ ਮਾਸ ਖਾ ਲਿਆ ਤੇ ਮੇਰੀ ਜਾਨ ਨਿਕਲ ਗਈ, ਮੇਰਾ ਸਮਾਂ ਆ ਚੁੱਕਿਆ ਸੀ। ਕਹਿੰਦਾ ਧਰਮਰਾਜ ਮੈਨੂੰ ਪੁੱਛਦਾ ਕੋਈ ਆਖਰੀ ਇੱਛਾ? ਕਹਿੰਦਾ ਮੈਂ ਮਾਸ ਖਾਣ ਦੀ ਜ਼ਾਹਰ ਕਰ ਦਿੱਤੀ। ਕਹਿੰਦਾ ਉਹਨੇ ਮੈਨੂੰ ਕਹਿ ਦਿੱਤਾ ਵੀ ਤੈਨੂੰ ਬਘਿਆੜ ਬਣਾ ਦਿੰਦੇ ਹਾਂ, ਹੁਣ ਤੂੰ ਮਾਸ ਖਾਂਦਾ ਰਹੀ। ਕਹਿੰਦਾ ਮੈਂ ਤਾਂ ਇਸ ਜੂਨੀ ਵਿੱਚ ਪੈ ਗਿਆ। ਕਹਿੰਦਾ ਪਿਤਾ ਜੀ ਫਿਰ ਤੁਹਾਡਾ ਉਧਾਰ ਕਿਵੇਂ ਹੋਏਗਾ ਹੁਣ? ਦੁਨੀ ਚੰਦ ਪੁੱਛਦਾ। ਉਹ ਬਘਿਆੜ ਬੋਲਦਾ, ਕਹਿੰਦਾ ਮੇਰਾ ਉਧਾਰ ਤੇ ਹੁਣ ਹੋ ਜਾਣਾ। ਇਹ ਜਿਹੜਾ ਪ੍ਰਸ਼ਾਦ ਤੂੰ ਲੈ ਕੇ ਆਇਆ ਨਾ, ਗੁਰੂ ਨਾਨਕ ਸਾਹਿਬ ਦੀ ਇਹਦੇ 'ਤੇ ਮਿਹਰ ਹੋ ਗਈ ਪੁੱਤਰਾ, ਇਹਨੂੰ ਖਾਂਦੇ ਸਾਰ ਮੇਰਾ ਉਧਾਰ ਹੋ ਜਾਣਾ ਤੇ ਮੈਂ ਬੈਕੁੰਠ ਦਾ ਵਾਸੀ ਬਣ ਜਾਣਾ। ਕਹਿੰਦਾ ਜਾ, ਗੁਰੂ ਨਾਨਕ ਪਾਤਸ਼ਾਹ ਘਰੇ ਆਏ ਨੇ, ਜਾ ਕੇ ਉਹਨਾਂ ਨੂੰ ਮਿਲ ਲੈ, ਉਹਨਾਂ ਦੇ ਚਰਨ ਫੜ ਲੈ। ਕਹਿੰਦਾ ਕੁੱਲਾਂ ਦੀਆਂ ਕੁੱਲਾਂ ਤਰ ਜਾਣਗੀਆਂ, ਜਾ ਕੇ ਮਿਲ ਲੈ ਉਹਨਾਂ ਨੂੰ, ਮੇਰਾ ਤੇ ਉਧਾਰ ਹੋ ਜਾਣਾ। ਪ੍ਰਸ਼ਾਦ ਛਕਿਆ ਤੇ ਉਹ ਸੇਠ ਦਾ ਉਧਾਰ ਹੋ ਗਿਆ। ਬਘਿਆੜ ਦੀ ਜੂਨੀ ਵਿੱਚੋਂ ਬੈਕੁੰਠ ਚਲਿਆ ਗਿਆ, ਉਹਦਾ ਉਧਾਰ ਹੋ ਗਿਆ। ਭੱਜਿਆ ਦੁਨੀ ਚੰਦ ਵਾਪਸ ਆਇਆ ਤੇ ਪਿੱਤਰਾਂ ਨੂੰ ਆ ਕੇ ਗੱਲ ਦੱਸੀ। ਪਿੱਤਰ ਸਾਰੇ ਹੀ ਨੀਵੀਂ ਪਾ ਕੇ ਖਲੋ ਗਏ, ਝੂਠੇ ਪੈ ਗਏ। ਗੁਰੂ ਨਾਨਕ ਪਾਤਸ਼ਾਹ ਦੇ ਆ ਕੇ ਚਰਨ ਫੜ ਲਏ। ਕਹਿੰਦਾ ਗੁਰੂ ਨਾਨਕ ਸਾਹਿਬ, ਜੋ ਤੁਸੀਂ ਕਿਹਾ ਉਹ ਬਿਲਕੁਲ ਸੱਚ ਨਿਕਲਿਆ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਤੁਹਾਡੇ ਨਾਲ ਕਿ ਇੱਥੇ ਖਵਾਇਆ ਹੋਇਆ ਖਾਣਾ ਉੱਥੇ ਤੱਕ ਨਹੀਂ ਪਹੁੰਚਦਾ। ਹੇ ਪਾਤਸ਼ਾਹ ਜੀ, ਪਿੱਤਰ ਝੂਠੇ ਪੈ ਗਏ, ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪ੍ਰਸ਼ਾਦਾ ਛਕਣਾ ਮੰਗ ਕੇ ਛਕ ਲਓ, ਇਹ ਕਦੀ ਕਹਿ ਕੇ ਨਾ ਛਕੋ ਭਾਈ ਕਿ ਤੁਹਾਡੇ ਪਿੱਤਰਾਂ ਤੱਕ ਜਾਏਗਾ। ਕਹਿੰਦੇ ਇਹ ਸਰਾਸਰ ਗਲਤ ਹੈ ਤੇ ਝੂਠ ਹੈ, ਇਹਦੀ ਸਜ਼ਾ ਵੀ ਤੁਹਾਨੂੰ ਜ਼ਰੂਰ ਮਿਲੇਗੀ। ਅੱਜ ਤੋਂ ਬਾਅਦ ਬੰਦ ਕਰ ਦਿਓ। ਪਿੱਤਰ ਕੰਨਾਂ ਨੂੰ ਹੱਥ ਲਾ ਕੇ ਨਿਕਲ ਗਏ। ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜ ਲਏ। ਕਹਿੰਦਾ ਗੁਰੂ ਨਾਨਕ ਪਾਤਸ਼ਾਹ ਮਿਹਰ ਕਰੋ, ਮੇਰਾ ਵੀ ਉਧਾਰ ਹੋਵੇ। ਪਾਤਸ਼ਾਹ ਕਹਿੰਦੇ ਮੰਗ ਕੀ ਮੰਗਦਾ ਹੈ? ਦੁਨੀ ਚੰਦ ਸੇਠ ਚਰਨ ਫੜ ਕੇ ਕਹਿੰਦਾ ਪਾਤਸ਼ਾਹ ਜੀ, ਮੇਰੀਆਂ ਕੁੱਲਾਂ ਤਰ ਜਾਣ, ਐਸੀ ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਜਾ, ਤੇਰੀਆਂ 7 ਕੁੱਲਾਂ, 7 ਤੇਰੇ ਨਾਨਕਿਆਂ ਦੀਆਂ ਤੇ 7 ਤੇਰੇ ਦਾਦਕਿਆਂ ਦੀਆਂ, ਜਾ 21 ਕੁੱਲਾਂ ਤੇਰੀਆਂ ਤਰ ਗਈਆਂ। ਕਹਿੰਦੇ ਅੱਜ ਤੋਂ ਬਾਅਦ ਤੇਰੇ ਤੇ ਮਿਹਰ ਹੋ ਗਈ ਪਿਆਰਿਆ, ਜਾ ਤੈਨੂੰ ਕਿਸੇ ਚੀਜ਼ ਦੀ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ, ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਜਾ ਤੇਰੇ ਤੇ ਮਿਹਰ ਹੋ ਗਈ। ਅਖੀਰਕਾਰ ਸਾਧ ਸੰਗਤ ਉਹਦੇ ਤੇ ਅਜਿਹੀ ਕਿਰਪਾ ਹੋਈ। ਕਹਿੰਦਾ ਗੁਰੂ ਨਾਨਕ ਸਾਹਿਬ, ਇਹ ਮੇਰੀ ਹਵੇਲੀ ਹੈ ਨਾ 5 ਮੰਜ਼ਲੀ, ਇਹਦੇ ਵਿੱਚ ਰਹੋ। ਪਾਤਸ਼ਾਹ ਕਹਿੰਦੇ ਸਾਨੂੰ ਕੋਲੇ ਰੱਖਣਾ ਤੇ ਸਾਡੇ ਬਚਨ ਵੀ ਮੰਨਣੇ ਪੈਣਗੇ ਪਿਆਰਿਆ। ਇੱਦਾਂ ਕਰ, ਇਹਦੇ ਉੱਪਰ ਕਹਿੰਦੇ ਗੁਰੂ ਨਾਨਕ ਦਾ, ਉਸ ਪਰਮਾਤਮਾ ਦਾ ਨਾਮ ਲਿਖ ਦੇ, ਇਹਦੇ ਵਿੱਚ ਆਉਣ ਜਾਣ ਵਾਲੇ ਰਾਹੀ ਪਾਂਧੀਆਂ ਦੀ ਸੇਵਾ ਕਰਿਆ ਕਰ। ਕਹਿੰਦੇ ਇਹਦੇ ਵਿੱਚ ਲੰਗਰ ਚਲਾ ਦੇ, ਜਿੰਨਾ ਤੇਰੇ ਕੋਲ ਧਨ ਦੌਲਤ ਹੈ, ਰਾਹੀ ਪਾਂਧੀ ਅਤਿਥੀ ਪਾਂਧੀਆਂ ਦੀ ਸੇਵਾ ਕਰਿਆ ਕਰ। ਕਹਿੰਦਾ ਪਾਤਸ਼ਾਹ ਜੀ ਬਿਲਕੁਲ ਠੀਕ ਹੈ, ਮੈਂ ਆਪ ਜੀ ਦੇ ਨਾਲ ਸਹਿਮਤ ਹਾਂ, ਮੈਂ ਪਾਤਸ਼ਾਹ ਜੀ ਇੱਦਾਂ ਹੀ ਕਰਾਂਗਾ, ਜਿੱਦਾਂ ਆਪ ਜੀ ਨੇ ਕਹਿ ਦਿੱਤਾ ਉੱਦਾਂ ਹੀ ਕਰ ਦਿੱਤਾ। ਹੁਣ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਨੇ ਦੁਨੀ ਚੰਦ ਸੇਠ ਤੇ ਕਿਰਪਾ ਕਰ ਦਿੱਤੀ ਤੇ ਨਾਲ ਨਾਲ ਇਹ ਵੀ ਸਿੱਧ ਕਰ ਦਿੱਤਾ ਕਿ ਇੱਥੇ ਖਵਾਇਆ ਹੋਇਆ ਸ਼ਰਾਧਾਂ ਦਾ ਖਾਣਾ ਉੱਥੇ ਤੱਕ ਨਹੀਂ ਪਹੁੰਚਦਾ, ਪਿੱਤਰਾਂ ਤੱਕ ਨਹੀਂ ਪਹੁੰਚਦਾ। ਹੁਣ ਬੇਨਤੀ ਕਰਦੇ ਹਾਂ ਸਾਧ ਸੰਗਤ, ਇੱਥੋਂ ਬੈਠੇ ਹੋਏ
ਕੋਈ ਬੰਦਾ ਚੰਡੀਗੜ੍ਹ ਬੈਠਾ ਤੇ ਆਪਾਂ ਇੱਥੇ ਆਪਣੇ ਸ਼ਹਿਰ ਵਿੱਚ ਬੈਠੇ ਆ, ਉੱਥੇ ਉਹਨੂੰ ਭੁੱਖ ਲੱਗੀ, ਇੱਥੇ ਤੁਸੀਂ ਰੋਟੀ ਖਾ ਲਓ, ਉਹਦੀ ਭੁੱਖ ਦੂਰ ਹੋ ਜਾਏਗੀ। ਨਿਰਾ ਪਖੰਡ ਬਣਾਇਆ ਹੋਇਆ। ਆਪਾਂ ਨੇ ਇਹ ਦੇਖਾ ਦੇਖੀ ਕੰਮ ਸ਼ੁਰੂ ਕਰ ਦਿੱਤਾ। ਬਾਪੂ ਨੂੰ ਜਿਉਂਦੇ ਜੀ ਰੋਟੀ ਨਹੀਂ ਦਿੱਤੀ, ਮਰੇ ਤੋਂ ਬਾਅਦ ਇੰਨੇ ਪਦਾਰਥ ਸਵਾਦਲੇ ਬਣਾ ਕੇ ਤਿਆਰ ਕਰ ਦਿੱਤੇ ਸਾਧ ਸੰਗਤ, ਉਹਦਾ ਬਾਪੂ ਨੂੰ ਕੋਈ ਲਾਭ ਹੈ? ਕੋਈ ਲਾਭ ਨਹੀਂ। ਜਿਉਂਦੇ ਜੀ ਉਹਨੂੰ ਰੋਟੀ ਨਹੀਂ ਦਿੱਤੀ, ਮਰੇ ਤੋਂ ਬਾਅਦ ਦੇਸੀ ਘਿਓ ਦੇ ਲੰਗਰ ਚਲਾਉਣੇ ਕੀ ਸਹੀ ਹੈ? ਜਿਉਂਦੇ ਜੀ ਉਹਨੂੰ ਸਿਰ ਚਲਾਉਣ ਵਾਸਤੇ ਤੇਲ ਨਹੀਂ ਦਿੱਤਾ ਤੇ ਬਾਅਦ ਵਿੱਚ ਉਹਦੇ ਨਾਮ ਤੇ ਦੀਵੇ ਜਗਾਉਣੇ ਕੀ ਸਹੀ ਹੈ? ਦੱਸੋ। ਸਾਧ ਸੰਗਤ ਦੇਖਾ ਦੇਖੀ ਕਾਰਜ ਸ਼ੁਰੂ ਹੋ ਗਏ। ਇਸੇ ਤਰ੍ਹਾਂ ਕਿਸੇ ਬੰਦੇ ਨੇ ਰੋਟੀ ਆਰੰਭ ਕੀਤੀ ਕਰੇ, ਬੜਾ ਸੂਝਵਾਨ ਸੀ ਤੇ ਉਹਨੇ ਰੋਟੀ ਆਰੰਭ ਕਰ ਦਿੱਤੀ, ਘਰੇ ਖਵਾ ਦਿੱਤੀ ਆਪਣੇ ਪਿਤਾ ਦੇ ਨਾਂ ਤੇ ਲੋਕਾਂ ਨੇ ਆ ਕੇ ਚਾਈ ਚਾਈ ਖਾ ਲਈ। ਜਿਹੜੇ ਸ਼ਰਾਧਾਂ ਦਾ ਖਾਣਾ ਖਾਂਦੇ ਸੀ, ਖੀਰ ਪ੍ਰਸ਼ਾਦ ਛਕਿਆ ਬੜੇ ਉਹਦੇ ਨਾਲ। ਉਹ ਬਾਹਰ 'ਚ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਿਆ, ਓਹੋ ਇਹ ਤੇ ਬੜੀ ਗਲਤੀ ਹੋ ਗਈ। ਉਹ ਕਹਿੰਦੇ ਵੀ ਕਿਉਂ? ਤੁਸੀਂ ਤੇ ਕਹਿੰਦਾ ਖੀਰ ਕੜਾਹ ਖਾ ਲਿਆ। ਉਹ ਕਹਿੰਦੇ ਵੀ ਫਿਰ ਕੀ ਹੋ ਗਿਆ? ਉਹ ਕਹਿੰਦਾ ਮੇਰੇ ਬਾਪੂ ਨੂੰ ਤੇ ਸ਼ੂਗਰ ਸੀ, ਕਹਿੰਦਾ ਹੁਣ ਟੀਕੇ ਲਾਉਣੇ ਪੈਣਗੇ, ਮੇਰਾ ਖਵਾਇਆ ਹੋਇਆ ਤੁਹਾਨੂੰ ਖਾਣਾ ਮੇਰੇ ਬਾਪੂ ਤੱਕ ਪਹੁੰਚ ਗਿਆ, ਕਹਿੰਦਾ ਹੁਣ ਇਦਾਂ ਕਰੋ ਵੀ ਟੀਕੇ ਲਵਾਓ ਹੁਣ। ਕਿਹੜਾ ਸਾਰੇ ਦੌੜ ਗਏ, ਕੋਈ ਨਾ ਰੁਕਿਆ। ਸ਼ੂਗਰ ਦੇ ਟੀਕੇ, ਹੱਦ ਹੋ ਗਈ। ਇੱਕ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਸੀ, ਇੱਕ ਬਹੁਤ ਵੱਡੀ ਸਿੱਖਿਆ ਦੇ ਰਿਹਾ ਸੀ ਸਾਧ ਸੰਗਤ। ਉਹ ਗੁਰੂ ਦਾ ਸਿੱਖ ਸੀ, ਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਸੀ ਤੇ ਸਾਧ ਸੰਗਤ ਸਾਰੇ ਦੌੜ ਗਏ। ਹੁਣ ਤੁਸੀਂ ਆਪ ਤੈਅ ਕਰੋ, ਜਿਹੜਾ ਇੱਥੇ ਖਾ ਲਿਆ ਇੱਥੇ ਹੀ ਹੈ, ਉੱਥੇ ਖਾਧਾ ਹੋਇਆ ਸਾਡਾ ਨਹੀਂ ਪਹੁੰਚ ਸਕਦਾ। ਗੁਰੂ ਪਿਆਰਿਓ, ਇਹ ਗੱਲ ਦਾ ਧਿਆਨ ਰੱਖਿਆ ਕਰੋ। ਸ਼ਰਾਧਾਂ ਦੀ ਰੋਟੀ ਕਰਾਈ ਹੋਈ ਦਾ ਕੋਈ ਫਾਇਦਾ ਨਹੀਂ। ਦੂਸਰਾ ਕੋਈ ਕਰਦਾ ਤੇ ਕਰੇ, ਪਰ ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਜੇ ਉਹ ਕਰਦਾ ਸਾਧ ਸੰਗਤ, ਇਹ ਸਰਾਸਰ ਗਲਤ ਹੈ। ਇਹ ਗੁਰੂ ਦੇ ਹੁਕਮ ਤੋਂ ਉਲਟ ਹੈ ਪਿਆਰਿਓ। ਇਹ ਸਮਝ ਲਿਓ ਵੀ ਸਾਡੇ ਲਈ ਬਹੁਤ ਵੱਡੀ ਗੁਰੂ ਦੇ ਹੁਕਮ ਦੀ ਉਲੰਘਣਾ ਕਰਨ ਦੇ ਬਰਾਬਰ ਹੈ। ਗੁਰੂ ਦੀ ਖੁਸ਼ੀ ਨਹੀਂ ਹੈ, ਗੁਰੂ ਦੀ ਇਹਦੇ ਵਿੱਚ ਕੋਈ ਰਜ਼ਾ ਨਹੀਂ ਹੈ, ਗੁਰੂ ਦੀ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੈ। ਗੁਰੂ ਨੇ ਨਹੀਂ ਕਿਹਾ ਕਿ ਤੁਸੀਂ ਕਰੋ। ਜੀਵਤ ਪਿੱਤਰ ਨ ਮਾਨੈ ਕਉ, ਮੂਹੇ ਸਰਾਧ ਕਰਾਹੀ। ਇਸ ਇੱਕ ਪੰਕਤੀ ਨੂੰ ਹੀ ਕਦੇ ਸਮਝ ਲਿਓ। ਪੰਕਤੀਆਂ ਮੈਂ ਹੋਰ ਵੀ ਪ੍ਰਮਾਣ ਦੇ ਸਕਦਾ, ਪਰ ਵਿਸ਼ਾ ਬਹੁਤ ਲੰਬਾ ਹੋ ਜਾਣਾ। ਪਰ ਸਾਧ ਸੰਗਤ ਜਿਹਨੇ ਸਮਝਣਾ ਹੁੰਦਾ ਨਾ, ਉਹ ਸੰਖੇਪ ਬੇਨਤੀ ਨੂੰ ਹੀ ਸੁਣ ਕੇ ਸਮਝ ਜਾਂਦਾ ਹੈ। ਜਿਹਨੇ ਸਮਝਣਾ ਨਹੀਂ, ਉਹਦੇ ਕੋਲ ਭਾਵੇਂ ਘੰਟਿਆਂ ਬੱਧੀ ਟਾਈਮ ਲਾ ਦੀ, ਉਹ ਨਹੀਂ ਸਮਝਦਾ। ਸਾਧ ਸੰਗਤ ਇਸ ਕਰਕੇ ਸਮਝਣਾ ਅਤ ਜ਼ਰੂਰੀ ਹੈ। ਜੋ ਸੇਵਾ ਕਰਨੀ ਹੈ ਜਿਉਂਦੇ ਜੀ ਕਰੋ, ਉਹਨਾਂ ਦੀ ਗੱਲ ਮੰਨੋ। ਬਾਅਦ 'ਚ ਮਰਿਆਂ ਤੇ ਸਰਾਧ ਕਰਾਏ ਦਾ ਕੋਈ ਫਾਇਦਾ ਨਹੀਂ। ਆਮ ਤੌਰ 'ਤੇ ਤੁਸੀਂ ਵੇਖਿਆ ਹੋਣਾ, ਬਾਪੂ ਨੂੰ ਜਿਉਂਦੇ ਜੀ ਰੋਟੀ ਟਾਈਮ 'ਤੇ ਨਹੀਂ ਦਿੱਤੀ, ਮਰੇ ਤੋਂ ਬਾਅਦ ਇੰਨੀਆਂ ਡਿਸ਼ਾਂ ਬਾਪੂ ਦੇ ਭੋਗ 'ਤੇ ਚੱਲਦੀਆਂ ਹੁੰਦੀਆਂ ਨੇ ਜਿੰਨੀਆਂ ਕਿ ਵਿਆਹ ਵਿੱਚ ਨਹੀਂ ਹੁੰਦੀਆਂ। ਦੱਸੋ ਜੇ ਝੂਠ ਹੈ? ਅਖੇ ਜੀ ਬਾਪੂ ਵੱਡਾ ਕਰ ਦਿੱਤਾ। ਜਿਉਂਦੇ ਜੀ ਉਹਦੇ ਬਚਨ ਮੰਨ ਕੇ ਉਹਨੂੰ ਸਕੂਨ ਦੇਣਾ ਸੀ, ਉਹਨੂੰ ਵੱਡਾ ਕਰਨਾ ਸੀ, ਪਰ ਉਦੋਂ ਮੰਨੀ ਨਹੀਂ। ਉਹਨੂੰ ਕਹਿੰਦੇ ਬੁੜਾ ਐਵੇਂ ਹੀ ਬੋਲਦਾ ਪਿਆ, ਮਾਂ ਦੀ ਸੇਵਾ ਨਹੀਂ ਕੀਤੀ, ਮਰੇ ਤੋਂ ਬਾਅਦ ਜਲੇਬੀਆਂ ਦੇ ਲੰਗਰ ਲਾ ਦਿਓ। ਸਰਾਸਰ ਪਖੰਡ ਹੈ, ਸਰਾਸਰ ਗਲਤ ਹੈ। ਸਾਧ ਸੰਗਤ ਨਹੀਂ ਕਰਨਾ ਚਾਹੀਦਾ। ਇਸ ਕਰਕੇ ਅੱਜ ਤੋਂ ਬਾਅਦ ਇਹ ਜੇ ਬਚਨ ਆਪਾਂ ਸੁਣ ਲਿਆ ਨਾ ਗੁਰੂ ਪਾਤਸ਼ਾਹ ਦਾ, ਤਾਂ ਬੰਦ ਕਰ ਦਈਏ। ਇਹਨਾਂ ਚੀਜ਼ਾਂ ਵਿੱਚੋਂ ਗੁਰੂ ਨੇ ਸਾਨੂੰ ਕੱਢਿਆ ਤੇ ਨਿਕਲੀਏ। ਸਾਧ ਸੰਗਤ, ਗੁਰੂ ਨਾਨਕ ਦਾ ਸਿੱਖ ਉਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਉਹੀ ਹੈ ਜੋ ਪਖੰਡ ਨਹੀਂ ਕਰਦਾ। ਜੋ ਪਖੰਡ ਕਰਦਾ ਹੈ ਸਾਧ ਸੰਗਤ, ਉਹੀ ਸਭ ਤੋਂ ਵੱਡਾ ਪਖੰਡੀ ਹੈ। ਤੇ ਗੁਰੂ ਨੇ ਕਹਿ ਦਿੱਤਾ ਕਿ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਥਾਂ ਨਹੀਂ ਜੀ। ਉਹਦੇ ਲਈ ਕਿਸੇ ਪ੍ਰਕਾਰ ਦਾ ਕਿਸੇ ਪ੍ਰਕਾਰ ਉਹਦੇ ਨਾਲ ਕੋਈ ਨਿਆਂ ਵਰਤੀ ਨਹੀਂ ਹੈ। ਉਹ ਤੇ ਮੇਰਾ ਹੈ ਹੀ ਨਹੀਂ, ਜਿਹੜਾ ਮੇਰਾ ਨਹੀਂ ਉਹ ਤੇ ਕਿਸੇ ਪ੍ਰਕਾਰ ਦੀ ਮੇਰੀ ਖੁਸ਼ੀ ਵੀ ਨਹੀਂ ਹੈ। ਸਮਝ ਲਿਓ, ਸੋਚ ਲਿਓ ਸਾਧ ਸੰਗਤ। ਇਹ ਬੰਦ ਕਰੋ। ਜੋ ਗੁਰੂ ਕਹਿੰਦਾ ਉਹ ਹੁਕਮ ਦੇ ਧਾਰਨੀ ਹੋਵੋ ਤੇ ਪਾਤਸ਼ਾਹ ਦੀ ਖੁਸ਼ੀਆਂ ਤੋਂ ਲੈਣ ਦੇ ਹੱਕਦਾਰ ਆਪਾਂ ਫੇਰ ਹੀ ਬਣਾਂਗੇ। ਪਾਤਸ਼ਾਹ ਜੀ ਕਿਰਪਾ ਕਰਨ। ਮੇਰਾ ਸਤਿਗੁਰ ਨਾਨਕ ਚੈਨਲ ਨਾਲ ਜੁੜੇ ਰਹੋ। ਗੁਰਬਾਣੀ ਪੜ੍ਹਨ ਸੁਣਨ ਦਾ ਯਤਨ ਕਰਿਆ ਕਰੋ। ਗੁਰਬਾਣੀ ਘਰ ਦੇ ਵਿੱਚ ਵੀ ਲਾਗੂ ਕਰੋ। ਜਾਪ ਕਰਿਆ ਕਰੋ ਮੂਲ ਮੰਤਰ ਦੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।